ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਜੀਵਨ ਦੇ ਬਾਰੇ ਕੁਝ ਵਿਚਾਰਾਂ ਆਓ ਜੀ ਨਾਲ ਸਾਂਝੇ ਕਰਨ ਲੱਗੇ ਹਾਂ। ਜੇਕਰ ਆਪ ਇਸ ਚੈਨਲ ਨਾਲ ਨਵੇਂ ਜੁੜੇ ਹੋ, ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਕਰੋ। ਇਸ ਰਾਹੀਂ ਆਪ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਸੰਬੰਧਿਤ ਬਹੁਤ ਕੁਛ ਵਿਚਾਰਾਂ ਸੁਣਨ ਨੂੰ ਮਿਲਣਗੀਆਂ। ਇਹ ਵਿਚਾਰਾਂ ਮਹਾਰਾਜ ਦੀਆਂ ਹਨ ਅਤੇ ਮਹਾਰਾਜ ਜੀ ਆਪ ਹੀ ਗੁਣਗਾਨ ਕਰਵਾ ਰਹੇ ਹਨ। ਇਹਦੇ ਵਿੱਚ ਕਿਸੇ ਦਾ ਕੋਈ ਵਸ ਨਹੀਂ ਹੈ। ਆਓ ਪਿਆਰਿਓ, ਮਹਾਰਾਜ ਦੇ ਬਾਰੇ ਭੱਟਾਂ ਨੇ ਕੀ ਵਿਚਾਰ ਪੇਸ਼ ਕੀਤੇ ਹਨ ਜੋ ਗੁਰਬਾਣੀ ਵਿੱਚ ਦਰਜ ਹਨ। 1409 ਅੰਗ ਵਿੱਚ ਮਹਾਰਾਜ ਦੀ ਸਿਫਤ ਵਿੱਚ ਭੱਟ ਕੀ ਫਰਮਾਉਂਦੇ ਹਨ। ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭਰਮ ਤੇ ਫਿਰਤੇ ਬੋਤਾਇਓ। ਕਲ ਘੋਰ ਸਮੁੰਦਰ ਮੈਂ ਬੂਡਥ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਜੀ ਦੀ ਪਿੱਤਰ ਧਰਤੀ 'ਤੇ ਹੋਇਆ। ਆਪ ਜੀ ਦੇ ਪਿਤਾ ਚੌਥੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਜਾਤ ਦੇ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਜੀ। ਆਪ ਜੀ ਦੇ ਦੋ ਹੋਰ ਭਰਾ ਬਾਬਾ ਪ੍ਰਿਥੀ ਚੰਦ ਅਤੇ ਬਾਬਾ ਮਹਾਦੇਵ ਜੀ ਆਪ ਸਭ ਤੋਂ ਛੋਟੇ ਸਨ। ਬੀਬੀ ਭਾਨੀ ਜੀ ਆਪ ਜੀ ਦੀ ਮਾਤਾ ਜੀ, ਜਿਹੜੇ ਕਿ ਬਹੁਤ ਹੀ ਧਾਰਮਿਕ ਵਿਚਾਰਾਂ ਦੇ ਮਾਲਕ। ਉਹਨਾਂ ਦੇ ਧਾਰਮਿਕ ਵਿਚਾਰਾਂ ਦਾ, ਉਹਨਾਂ ਦੀ ਧਾਰਮਿਕ ਬਿਰਤੀ ਦਾ, ਉਹਨਾਂ ਦੀ ਧਾਰਮਿਕ ਰਹਿਣੀ ਸਹਿਣੀ ਦਾ ਆਪ ਦੇ ਜੀਵਨ 'ਤੇ ਬਹੁਤ ਬਹੁਤ ਡੂੰਘਾ ਪ੍ਰਭਾਵ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਪਨ ਬੜੇ ਹੀ ਲਾਡਲੇ ਰੂਪ ਵਿੱਚ ਬਤੀਤ ਹੋ ਰਿਹਾ ਹੈ। ਬਹੁਤ ਲਾਡ ਪਿਆਰ ਦੇ ਨਾਲ ਮਹਾਰਾਜ ਜੀ ਦਾ ਬਚਪਨ ਪਰਿਵਾਰ ਦੀ ਛਤਰ ਛਾਇਆ ਹੇਠ ਬਤੀਤ ਹੋ ਰਿਹਾ ਹੈ। ਇੱਕ ਵਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਾਲ ਅਵਸਥਾ ਵਿੱਚ ਖੇਡਦੇ ਖੇਡਦੇ ਆਪਣੇ ਨਾਨਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪਲੰਗ ਦੇ ਲਾਗੇ ਪਹੁੰਚ ਜਾਂਦੇ ਹਨ, ਜਿੱਥੇ ਕਿ ਮਹਾਰਾਜ ਜੀ ਆਰਾਮ ਅਵਸਥਾ ਵਿੱਚ ਹਨ। ਅਤੇ ਜਦੋਂ ਪਲੰਗ ਦੇ ਪਾਵੇ ਨੂੰ ਮਹਾਰਾਜ ਜ਼ੋਰ ਨਾਲ ਹਿਲਾਉਂਦੇ ਹਨ ਤਾਂ ਮਹਾਰਾਜ ਜੀ ਉਸ ਵੇਲੇ ਆਪਣੇ ਦੋਹਤੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਮਨ ਦੇ ਮਨ ਵਿੱਚ ਵਰ ਦਿੰਦੇ ਹਨ ਕਿ ਦੋਹਤਾ ਬਾਣੀ ਕਾ ਬੋਹਿ ਥਾ, ਕਿ ਇਹ ਜਿਹੜਾ ਮੇਰਾ ਦੋਹਤਾ ਹੈ ਇੱਕ ਇਹੋ ਜਿਹੀ ਕਿਸ਼ਤੀ ਦਾ ਨਿਰਮਾਣ ਕਰੇਗਾ ਜਿਹੜੀ ਕਿ ਇਸ ਲੁਕਾਈ ਨੂੰ, ਭਵ ਸਾਗਰ ਨੂੰ ਪਾਰ ਕਰਨ ਵਿੱਚ ਮਦਦਗਾਰ ਬਣਾਵੇਗਾ। ਅਤੇ ਇਹ ਭਵਿੱਖਬਾਣੀ ਪਿਆਰੇ ਸੱਚ ਵੀ ਸਾਬਤ ਹੋਈ। ਗੁਰੂ ਅਰਜਨ ਦੇਵ ਜੀ ਬੜੇ ਹੀ ਨਿਮਰ ਸੁਭਾਅ ਦੇ, ਸਹਿਣਸ਼ੀਲਤਾ ਦੇ ਪੁਜਾਰੀ, ਹੋਣਹਾਰ, ਧਾਰਮਿਕ ਵਿਚਾਰਾਂ ਦੇ ਮਾਲਕ। ਸਮੇਂ ਸਮੇਂ 'ਤੇ ਆਪ ਨੇ ਧਾਰਮਿਕ ਬਿਰਤੀ ਵਿੱਚ ਕਾਫੀ ਦ੍ਰਿੜਤਾ ਹਾਸਲ ਕਰ ਲਈ। ਹੁਣ ਉਹਨਾਂ ਦੇ ਮਾਤਾ ਪਿਤਾ ਅਤੇ ਨਾਨਾ ਜੀ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਉਂਦੇ। ਹੁਣ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਚਪਨ ਤੋਂ ਜਵਾਨੀ ਦੀ ਅਵਸਥਾ ਵਿੱਚ ਆ ਰਹੇ ਹਨ ਤਾਂ ਥੋੜ੍ਹੇ ਹੀ ਸਮੇਂ ਬਾਅਦ ਮਹਾਰਾਜ ਜੀ ਦਾ ਵਿਆਹ ਮਾਤਾ ਗੰਗਾ ਜੀ ਦੇ ਨਾਲ, ਜੋ ਕਿ ਮਾਓ ਪਿੰਡ ਦੇ ਨਿਵਾਸੀ, ਮਾਓ ਪਿੰਡ ਫਲੋਰ ਦੇ ਵਿੱਚ ਹੈ ਜੀ, ਉੱਥੋਂ ਦੇ ਨਿਵਾਸੀ ਕ੍ਰਿਸ਼ਨ ਚੰਦ ਜੀ
ਦੀ ਸੁਪੁੱਤਰੀ ਮਾਤਾ ਗੰਗਾ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ। 1595 ਈਸਵੀ ਵਿੱਚ ਆਪ ਦੇ ਘਰ ਬਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਨਮ ਲਿਆ। ਆਪ ਭਲੀ ਭਾਂਤ ਜਾਣਦੇ ਹੋ ਕਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਮਾਤਾ ਗੰਗਾ ਜੀ ਮਹਾਰਾਜ ਅੱਗੇ ਝੋਲੀ ਅੜਦੇ ਹਨ ਕਿ ਮਹਾਰਾਜ ਪੁੱਤਰ ਦੀ ਦਾਤ ਬਖਸ਼ਿਸ਼ ਕਰੋ, ਆਪ ਸਾਰੇ ਸੰਸਾਰ ਨੂੰ ਸੁੱਖ ਦਿੰਦੇ ਹੋ ਅਤੇ ਮੇਰੀ ਵੀ ਝੋਲੀ 'ਚ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਅਤੇ ਵੇਖੋ ਮਹਾਰਾਜ ਦਾ ਵਡੱਪਣ, ਕਹਿੰਦੇ ਕਿ ਇਹ ਆਸ ਤੁਹਾਡੀ ਇਸ ਵਕਤ ਬੀੜ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰ ਰਹੇ ਹਨ, ਉਹਨਾਂ ਸੰਤਾਂ ਮਹਾਂਪੁਰਖਾਂ ਕੋਲ ਜਾ ਕੇ ਸੇਵਾ ਕਰੋ, ਉਹ ਤੁਹਾਨੂੰ ਪੁੱਤਰ ਦਾ ਵਾਰ ਜ਼ਰੂਰ ਦੇਣਗੇ। ਅਤੇ ਫਿਰ ਸਾਰੇ ਜਾਣਦੇ ਹਾਂ ਕਿਸ ਤਰ੍ਹਾਂ ਮਾਤਾ ਗੰਗਾ ਜੀ ਦੂਸਰੀ ਵਾਰ ਮਿੱਸੇ ਪ੍ਰਸਾਦੇ ਆਪ ਤਿਆਰ ਕਰਕੇ ਲੈ ਕੇ ਗਏ, ਨੰਗੀ ਪੈਰੀ, ਨਾ ਕੋਈ ਉਹਨਾਂ ਨੇ ਆਪਣੇ ਨਾਲ ਗੋਪੀਆਂ ਲਈਆਂ, ਨਾ ਕੋਈ ਰੱਥ ਲਿਆ, ਨੰਗੇ ਪੈਰੇ ਹਾੜ ਦੇ ਮਹੀਨੇ ਦੇ ਵਿੱਚ ਚੱਲਦੇ ਹੋਏ ਉੱਥੇ ਪਹੁੰਚੇ ਅਤੇ ਮਹਾਰਾਜ ਜੀ ਅੱਗੋਂ ਵਾਂਢੀ ਲੈਣ ਆਏ ਕਿ ਮਾਤਾ ਜੀ ਅੱਜ ਬੜੀ ਭੁੱਖ ਲੱਗੀ ਸੀ, ਆਪ ਦਾ ਬਹੁਤ ਬਹੁਤ ਧੰਨਵਾਦ। ਬਾਬਾ ਬੁੱਢਾ ਸਾਹਿਬ ਜੀ ਮਾਤਾ ਗੰਗਾ ਜੀ ਨੂੰ ਕਹਿੰਦੇ, ਅਤੇ ਫਿਰ ਮਹਾਰਾਜ ਜੀ ਪ੍ਰਸ਼ਾਦਾ ਛਕਦੇ ਅਤੇ ਗੰਢੇ ਉੱਪਰ ਮੁੱਕੀ ਬਹੁਤ ਜ਼ੋਰ ਨਾਲ ਮੁੱਕੀ ਮਾਰ ਕੇ ਉਹਦੇ ਵਿੱਚ ਤੁਰੀ ਨਿਕਲੀ ਅਤੇ ਮਹਾਰਾਜ ਨੇ ਫਰਮਾਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਕਿ ਆਪ ਜੀ ਦੇ ਘਰ ਇੱਕ ਮਹਾਬਲੀ ਯੋਧਾ ਪੈਦਾ ਹੋਵੇਗਾ। ਅਤੇ ਇਹ ਫਿਰ ਭਵਿੱਖਬਾਣੀ ਸੱਚ ਸਾਬਤ ਹੋਈ ਅਤੇ ਮਹਾਰਾਜ ਦੇ ਬਚਨਾਂ ਸਦਕਾ 1595 ਈਸਵੀ ਨੂੰ ਬਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜਨਮ ਹੋਇਆ। ਅਤੇ ਚਾਰੇ ਪਾਸੇ ਫਿਰ ਕੀ ਹੈ, ਦੀਪਮਾਲਾ ਕੀਤੀ ਗਈ, ਘਿਓ ਦੇ ਦੀਵੇ ਬਾਲੇ ਗਏ। ਅਤੇ ਇਹਦੇ ਨਾਲ ਪ੍ਰਿਥੀ ਚੰਦ ਨੂੰ ਬੜਾ ਹੀ ਅੰਦਰੋਂ ਅੰਦਰ ਦੁੱਖ ਹੋਇਆ ਕਿ ਹੁਣ ਗੱਦੀ ਜਿਹੜੀ ਉਹ ਮੈਨੂੰ ਮਿਲਣੀ ਸੀ, ਅਤੇ ਇਹਨਾਂ ਘਰ ਪੁੱਤਰ ਦੀ ਮਿਲ ਗਈ ਹੈ। ਫਿਰ ਉਸਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਉਹ ਕੋਸ਼ਿਸ਼ਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ, ਉਹ ਆਪਣੀਆਂ ਚਾਲਾਂ ਵਿੱਚ ਅਸਫਲ ਹੋਇਆ। ਉਹਨੂੰ ਹਰ ਵਕਤ ਹਰ ਵਾਰ ਉਹਨੂੰ ਮੂੰਹ ਦਿਖਾਉਣੀ ਪਈ। ਇੰਨਾ ਕੁਛ ਹੋਣ ਦੇ ਬਾਵਜੂਦ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਹਿਸੂਸ ਕੀਤਾ ਕਿ ਹੁਣ ਸਮਾਂ ਲੰਘ ਚੁੱਕਾ ਹੈ, ਹੁਣ ਸਰੀਰ ਵੀ ਸੱਚਖੰਡ ਨੂੰ ਪਲਾਇਨ ਕਰਨ ਵਾਲਾ ਹੈ। ਤਾਂ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੇ ਛੋਟੇ ਪੁੱਤਰ ਅਰਜਨ ਨੂੰ ਸੋਹਣੇ ਵਸਤਰ ਪਵਾ ਕੇ ਇਸ਼ਨਾਨ ਪਾਣ ਕਰਾ ਕੇ ਲੈ ਕੇ ਆਓ, ਉਹਨਾਂ ਨੂੰ ਅੱਜ ਗੁਰਤਾ ਗੱਦੀ ਦਾ ਤਿਲਕ ਲਾਉਣਾ ਹੈ। ਫਿਰ ਉਸੇ ਤਰ੍ਹਾਂ ਮਹਾਰਾਜ ਜੀ ਨੇ ਜੋ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਰੰਪਰਾ ਚੱਲਦੀ ਆ ਰਹੀ ਹੈ, ਅੱਜ ਉਸੇ ਹੀ ਪਰੰਪਰਾ ਨੂੰ ਦੁਹਰਾਉਂਦੇ ਹੋਏ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਤਖ਼ਤ 'ਤੇ ਬਿਠਾ ਕੇ 5 ਪੈਸੇ ਨਾਲ ਰੱਖ ਕੇ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਪਰਿਕਰਮਾ ਕੀਤੀ ਅਤੇ ਬਾਬਾ ਬੁੱਢਾ ਸਾਹਿਬ ਨੇ ਤਿਲਕ ਲਾ ਕੇ ਸੰਗਤ ਵਿੱਚ ਉਪਦੇਸ਼ ਕੀਤਾ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਹੁਕਮ ਹੈ ਕਿ ਅੱਜ ਤੋਂ ਬਾਅਦ ਸਾਡੀ ਜੋਤ ਇਹਨਾਂ ਵਿੱਚ ਸਮਾ ਗਈ ਹੈ। ਅੱਜ ਤੋਂ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ 5ਵੀਂ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅੱਜ ਤੁਹਾਡੇ 5ਵੇਂ ਗੁਰੂ ਹਨ, ਇਹਨਾਂ ਨੂੰ ਆਪਣਾ ਗੁਰੂ ਮੰਨਣਾ। ਸੋ ਪਿਆਰਿਓ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਿਮਰਤਾ, ਸਹਿਣਸ਼ੀਲਤਾ, ਤਿਆਗਮਈ ਸੁਭਾਅ ਅਤੇ ਬਹੁਤ ਹੀ ਸਖਤ ਮਿਹਨਤੀ ਧਾਰਮਿਕ ਬਿਰਤੀ ਕਰਕੇ ਹੀ ਇਹ ਸਭ ਕੁਝ ਸੰਭਵ ਹੋਇਆ। ਅਤੇ ਫਿਰ ਮਹਾਰਾਜ ਜੀ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕਰਦੇ ਹੋਏ ਮਹਾਰਾਜ ਜੀ ਦੀ ਜੋ ਪਰੰਪਰਾ ਸ਼ੁਰੂ ਕੀਤੀ ਹੋਈ ਸੀ ਉਸ ਨੂੰ ਅੱਗੇ ਵਧਾਉਂਦੇ ਹੋਏ 1581 ਈਸਵੀ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਅਤੇ ਆਪ ਸਿੱਖਾਂ ਦੇ 5ਵੇਂ ਗੁਰੂ ਦੇ ਰੂਪ ਵਿੱਚ ਪ੍ਰਗਟ ਹੋਏ। ਇਹ ਘਟਨਾ 1581 ਈਸਵੀ ਦੀ ਹੈ ਜੀ। ਭੁੱਲਾਂ ਚੁੱਕਾਂ ਮੁਆਫ਼ ਕਰਿਓ ਜੀ। ਗੁਰਬਾਣੀ ਦੇ ਮੁਤਾਬਕ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਇਤਿਹਾਸ ਨੂੰ ਆਪਦੇ ਰੂਬਰੂ ਕਰਦਿਆਂ ਬਿੰਦ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ ਜੀ। ਅਣਜਾਣ ਸਮਝ ਕੇ ਮੁਆਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।